ਹੈਲੋ ਪਿਆਰੇ ਬੱਚਿਓ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਧਿਆਪਕ ਸਾਥੀਆਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਮਾਪੇ ਸਾਹਿਬਾਨ ਵੀ ਜੁੜੇ ਨੇ ਅਤੇ ਉਹਨਾਂ ਦਾ ਵੀ ਸਵਾਗਤ ਹੈ। ਜਿਹੜੇ ਵੀ ਅਧਿਆਪਕ ਸਾਥੀ ਮਿੱਤਰਗਣ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹੋਏ ਮੈਂ ਅਤਿਅੰਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਤੁਸੀਂ ਇਸ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਪੁੱਜਦਾ ਕਰ ਰਹੇ ਹੋ। 5ਵੀਂ ਕਲਾਸ ਦੇ ਉਹਨਾਂ ਬੱਚਿਆਂ ਤੱਕ ਜਿਹੜੇ ਬੱਚੇ ਔਨਲਾਈਨ ਮਾਧਿਅਮ ਦੇ ਨਾਲ ਸਟੱਡੀ ਜਿਹੜੀ ਉਹ ਕਰ ਰਹੇ ਨੇ, ਵੱਖ-ਵੱਖ ਵਿਸ਼ੇ ਜਿਹੜੇ ਉਹ ਪੜ੍ਹ ਰਹੇ ਨੇ। ਸੋ ਇਸ ਔਖੀ ਘੜੀ ਦੇ ਵਿੱਚ ਕਰੋਨਾ ਵਾਇਰਸ ਨਾਂ ਦੀ ਜਿਹੜੀ ਬਿਮਾਰੀ ਹੈ ਉਹ ਲਗਾਤਾਰ ਆਪਣੇ ਪੈਰ ਪਸਾਰ ਕਰ ਰਹੀ ਹੈ। ਦੂਣੀ ਚੌਣੀ ਗਤੀ ਨਾਲ ਜਿਹੜੀ ਇਹ ਵੱਧ ਰਹੀ ਹੈ। ਤੁਹਾਨੂੰ ਪਤਾ ਹੀ ਹੈ ਦੇਸ਼ ਦੇ ਹਾਲਾਤ, ਪੰਜਾਬ ਦੇ ਹਾਲਾਤ, ਸਾਡੇ ਜ਼ਿਲ੍ਹੇ ਦੇ ਹਾਲਾਤ ਕੀ ਨੇ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਸੇਫਟੀ ਆਪਣੇ ਹੱਥ ਹੈ। ਲਗਾਤਾਰ ਹੱਥਾਂ ਨੂੰ ਧੋਂਦੇ ਰਹੋ, ਇਸ਼ਨਾਨ ਕਰੋ ਬਾਰ-ਬਾਰ, ਘੱਟੋ ਘੱਟ ਦਿਨ ਦੇ ਵਿੱਚ 2 ਵਾਰੀ ਇਸ਼ਨਾਨ ਜ਼ਰੂਰ ਕਰੋ। ਆਪਣਾ ਸਫਾਈ ਦਾ ਖਿਆਲ ਰੱਖੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਬੱਚਿਓ। ਸੋ ਚਲੋ ਬੱਚਿਓ, ਅੱਜ ਅਸੀਂ ਜਿਹੜਾ ਨਵਾਂ ਚੈਪਟਰ ਅਗਸਤ ਮਹੀਨੇ ਦਾ ਸ਼ੁਰੂ ਕਰਨ ਜਾ ਰਹੇ ਹਾਂ ਗਣਿਤ ਵਿਸ਼ੇ ਨਾਲ ਸੰਬੰਧਿਤ, ਉਹ ਹੈ ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ। ਬੇਟਾ ਜਦੋਂ ਆਪਾਂ ਲਘੁੱਤਮ ਸਮਾਵਰਤਕ ਦੀ ਗੱਲ ਕਰਦੇ ਹਾਂ ਅਤੇ ਮਹੱਤਮ ਸਮਾਵਰਤਕ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਗੁਣਨਖੰਡ, ਗੁਣਨਫਲ ਅਤੇ ਗੁਣਜ ਦਾ ਅਹਿਮ ਯੋਗਦਾਨ ਹੁੰਦਾ ਹੈ, ਕਿਉਂਕਿ ਇਹਨਾਂ ਦੀ ਮਦਦ ਦੇ ਨਾਲ ਹੀ ਅਸੀਂ ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਜਿਹੜਾ ਉਹ ਕੱਢ ਸਕਦੇ ਹਾਂ, ਜਿਹਨੂੰ ਅਸੀਂ ਅੰਗਰੇਜ਼ੀ ਭਾਸ਼ਾ ਵਿੱਚ HCF ਅਤੇ LCM ਕਹਿੰਦੇ ਹਾਂ। ਠੀਕ ਹੈ। ਸੋ ਇੰਗਲਿਸ਼ ਭਾਸ਼ਾ ਦੇ ਵਿੱਚ ਆਪਾਂ ਇਸ ਨੂੰ ਹਾਈਐਸਟ ਕਾਮਨ ਫੈਕਟਰ ਕਹਿੰਦੇ ਹਾਂ ਔਰ LCM ਨੂੰ ਅਸੀਂ ਲੋਅਰ ਕਾਮਨ ਮਲਟੀਪਲ ਕਹਿੰਦੇ ਹਾਂ। ਠੀਕ ਹੈ। ਸੋ ਇਸ ਵਿਸ਼ੇ ਨੂੰ ਕਰਨ ਲਈ ਮੈਨੂੰ ਕਾਫੀ ਆਨੰਦ ਆਏਗਾ, ਕਿਉਂਕਿ ਮੈਂ ਜਦੋਂ ਅਸੀਂ ਸਟੱਡੀ ਕੀਤੀ ਹੈ ਤਾਂ ਬੱਚਿਆਂ ਨੂੰ ਮੈਨੂੰ ਲੱਗਾ ਕਿ ਕਾਫੀ ਰੌਚਕ ਬੱਚਿਆਂ ਵਾਸਤੇ ਬਣ ਪਾਏਗਾ। ਸੋ ਪਿਆਰੇ ਬੱਚਿਓ, ਅਸੀਂ ਸਭ ਤੋਂ ਪਹਿਲਾਂ ਗੁਣਨਫਲ ਜਾਂ ਗੁਣਨਖੰਡ ਜਾਂ ਗੁਣਜ ਬਾਰੇ ਆਪਾਂ ਜਾਣਕਾਰੀ ਜਿਹੜੀ ਆ ਉਹ ਇਕੱਤਰ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਮੈਥ ਤੁਹਾਡਾ ਨਿਕਲਿਆ ਹੋਇਆ, ਤੁਸੀਂ ਆਪਣੇ ਕਾਪੀ ਪੈਨ ਨਾਲ ਰੱਖੋ, ਕਿਉਂਕਿ ਮੁੱਖ ਮੇਨ ਪੁਆਇੰਟ ਜਿਹੜੇ ਤੁਸੀਂ ਨੋਟ ਕਰਨੇ ਨੇ। ਸਵਾਲ ਅਜੇ ਜਿਹੜੇ ਨੇ ਇਸ ਤੋਂ ਅਗਲੇ ਵੀਡੀਓ 'ਚ ਆਉਣਗੇ। ਪਹਿਲਾਂ ਸਮਝਣ ਦਾ ਯਤਨ ਕਰਾਂਗੇ ਕਿ ਅਸਲ ਦੇ ਵਿੱਚ ਹੈ ਕੀ ਚੀਜ਼ ਹੈ। ਸੋ ਸਭ ਤੋਂ ਥੱਲੇ ਆਉਂਦੇ ਹਾਂ। ਸੋ ਸਾਡੇ ਕੋਲ ਪਹਿਲਾ ਵਿਸ਼ਾ ਜਿਹੜਾ ਹੈ ਉਹ ਪਿਆਰੇ ਬੱਚਿਓ ਗੁਣਜ ਹੈ, ਜਿਸ ਨੂੰ ਇੰਗਲਿਸ਼ ਭਾਸ਼ਾ 'ਚ ਮਲਟੀਪਲਸ ਵੀ ਕਹਿੰਦੇ ਨੇ। ਅੱਛਾ ਬੇਟਾ, ਗੁਣਜ ਕੀ ਹੁੰਦੇ ਨੇ? ਉੱਪਰ ਲਿਖਿਆ ਵੀ ਹੈ, ਤੁਸੀਂ ਪੜ੍ਹ ਸਕਦੇ ਹੋ। ਜਦੋਂ ਅਸੀਂ ਕੋਈ ਵੀ ਇੱਕ ਸੰਖਿਆ ਤੋਂ ਵੱਧ, ਕਹਿਣ ਦਾ ਭਾਵ ਕਿ 2 ਸੰਖਿਆ ਨੂੰ ਆਪੋ ਵਿੱਚ ਦੀ ਗੁਣਾ ਕਰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਜਦੋਂ ਅਸੀਂ 2 ਨੂੰ 2 ਨਾਲ ਮੰਨ ਲਓ ਗੁਣਾ ਕਰਦੇ ਹਾਂ, ਕਿਉਂਕਿ ਇੱਕ ਸੰਖਿਆ ਤੋਂ ਵੱਧ ਹੋ ਗਈ ਨਾ, ਇੱਕ ਸੰਖਿਆ ਇਹ ਹੋ ਗਈ, ਇੱਕ ਸੰਖਿਆ ਅਗਲੀ ਹੋ ਗਈ, ਯਾਨੀ ਕਿ 2 ਸੰਖਿਆਵਾਂ ਹੋ ਗਈਆਂ। 2 ਸੰਖਿਆ ਜਾਂ 2 ਤੋਂ ਵੱਧ ਜਦੋਂ ਅਸੀਂ ਗੁਣਾ ਕਰਦੇ ਹਾਂ, ਜੋ ਵੀ ਉਹਦਾ ਉੱਤਰ ਆਉਂਦਾ ਹੈ, ਠੀਕ ਹੈ, ਇਹਦਾ ਗੁਣਨਫਲ ਹੈ। ਇਸੇ ਗੁਣਨਫਲ ਨੂੰ ਅਸੀਂ ਗੁਣਜ ਵੀ ਕਹਿੰਦੇ ਹਾਂ। ਠੀਕ ਹੈ। ਇਸੇ ਗੁਣਨਫਲ ਨੂੰ ਅਸੀਂ ਗੁਣਜ ਵੀ ਆਖ ਦਿੰਦੇ ਹਾਂ। ਕਨਫਿਊਜ਼ਨ ਤਾਂ ਨਹੀਂ ਹੋਈ? ਜੋ ਵੀ ਅਸੀਂ ਇੱਕ ਪਹਾੜਾ ਆਪੋ ਵਿੱਚ ਦੀ ਪੜ੍ਹਿਆ, ਵੱਖ-ਵੱਖ ਸੰਖਿਆਵਾਂ ਲੈ ਕੇ ਜੋ ਵੀ ਉਹਦਾ ਉੱਤਰ ਆਇਆ, ਗੁਣਨਫਲ ਆਇਆ, ਜੋ ਵੀ ਉਹਦਾ ਗੁਣਨਫਲ ਬਣਿਆ ਉਹ ਗੁਣਜ ਹੋ ਗਿਆ। ਸਿੰਪਲ। ਠੀਕ ਹੈ। ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਹੈ, 4 ਔਰ 7 ਨੂੰ ਅਸੀਂ ਗੁਣਾ ਕੀਤਾ, ਠੀਕ ਹੈ, ਇਹਦਾ ਗੁਣਨਫਲ ਕੀ ਬਣ ਗਿਆ? 28। ਠੀਕ ਹੈ। ਸੋ 28 ਕੀ ਹੈ? 4 ਔਰ 7 ਦਾ ਗੁਣਜ ਹੈ। 28 ਕੀ ਹੈ? 4 ਅਤੇ 7 ਦਾ ਗੁਣਜ ਹੈ। ਠੀਕ ਹੈ। ਇਹ 4 ਅਤੇ 7 ਦਾ ਗੁਣਜ ਕੀ ਹੈ? 28। ਠੀਕ ਹੈ। ਇਸ ਤਰ੍ਹਾਂ ਹੋਰ ਉਦਾਹਰਨਾਂ ਦਿੱਤੀਆਂ ਹੋਈਆਂ, ਤੁਸੀਂ ਦੇਖ ਸਕਦੇ ਹੋ। 8 ਔਰ 6 ਨੂੰ ਜਦੋਂ ਅਸੀਂ ਗੁਣਾ ਕੀਤਾ, 48 ਆ ਗਿਆ। 48 ਕੀ ਹੈ? ਗੁਣਨਫਲ ਜਾਂ ਗੁਣਜ ਕਿਹਦਾ? 8 ਔਰ 6 ਦਾ। ਇਸ ਤਰ੍ਹਾਂ ਹੀ 24 ਕਿਹਦਾ ਗੁਣਜ ਹੈ? 24 ਕਿਹਦਾ ਗੁਣਜ ਹੈ? 2, 3 ਅਤੇ 4 ਦਾ। ਠੀਕ ਹੈ। ਇਸੇ ਤਰ੍ਹਾਂ ਹੀ 90 ਕਿਹਦਾ ਗੁਣਜ ਹੈ ਜਾਂ ਗੁਣਨਫਲ ਹੈ? 9 ਅਤੇ 10 ਦਾ।
ठीक है। थल्ले डिटेल दे विच उन्हां दस्सिया भी होया, तुसीं पढ़ सकदे हो। अठाई जिहड़ा वो 4 ते 7 दा गुणज है, 48 6 ते 8 दा गुणज है, 24 जिहड़ा 2 3 ते 4 दा गुणज है, 90 जिहड़ा है 9 ते 10 दा गुणज है। हुण तुहानूं पता लग गया गुणज की हुंदा। गुणज जिहड़ा है वो गुणनफल है दो जां दो तो वध संख्यावां दा, ठीक है। ਜਦੋਂ ਵੀ दो ਜਾਂ दो ਤੋਂ ਵੱਧ ਸੰਖਿਆਵਾਂ ਆਪੋ ਵਿੱਚ ਦੀ ਗੁਣਾ ਹੁੰਦੀਆਂ ਨੇ, ਜੋ ਵੀ ਉੱਤਰ ਆਉਂਦਾ ਹੈ, ਧਿਆਨ ਨਾਲ ਸੁਣੋ ਬੱਚਿਓ, ਜਦੋਂ ਵੀ ਦੋ ਜਾਂ ਦੋ ਤੋਂ ਵੱਧ ਸੰਖਿਆਵਾਂ ਆਪੋ ਵਿੱਚ ਦੀ ਗੁਣਾ ਹੁੰਦੀਆਂ ਨੇ, ਠੀਕ ਹੈ, ਉਹਨਾਂ ਨੂੰ ਜਦੋਂ ਆਪੋ ਵਿੱਚ ਦੀ ਗੁਣਾ ਕਰਦੇ ਆ, ਆਪੋ ਵਿੱਚ ਦੀ ਮੀਨਸ ਕਿ ਜਿਸ ਤਰ੍ਹਾਂ ਤਿੰਨ ਸੰਖਿਆਵਾਂ ਨੇ 5 7 3, ਠੀਕ ਹੈ, ਜਦੋਂ ਅਸੀਂ ਆਪੋ ਵਿੱਚ ਦੀ ਗੁਣਾ ਕਰਾਂਗੇ ਤਾਂ ਜੋ ਉੱਤਰ ਆਏਗਾ ਉਹ ਕੀ ਹੋਏਗਾ, ਗੁਣਨਫਲ ਜਾਂ ਗੁਣਜ। ਅਤੇ ਕਿੰਨਾ ਦਾ ਗੁਣਜ? ਇਹਨਾਂ ਤਿੰਨਾਂ ਸੰਖਿਆਵਾਂ ਦਾ 5 7 3 ਦਾ, ਠੀਕ ਹੈ, 5 7 3 ਦਾ ਗੁਣਜ ਹੋਏਗਾ। ਮੈਨੂੰ ਲੱਗਦਾ ਕਿ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਇੱਕ ਉਦਾਹਰਨ ਹੋਰ ਲੈ ਲੈਂਦੇ ਹਾਂ ਤਾਂ ਕਿ ਹੋਰ ਕਲੀਅਰ ਹੋ ਜਾਏ। ਮੰਨ ਲਓ ਬੱਚੋ ਇਹ ਸੰਖਿਆ ਆਪਾਂ ਆਪੋ ਦੀ ਗੁਣਾ ਕੀਤੀ ਹੋਈ ਹੈ, ਠੀਕ ਹੈ, ਇਹਦਾ ਉੱਤਰ ਕਿੰਨਾ ਆਇਆ? 3 3 9 9 5 45। ਸੋ 45 ਉੱਤਰ ਆ ਗਿਆ। 45 ਕੀ ਹੈ? ਇਹ ਗੁਣਨਫਲ ਵੀ ਹੈ, ਗੁਣਨਫਲ ਵੀ ਹੈ। ਕਿਹਦਾ ਗੁਣਨਫਲ ਹੈ? 3 3 ਤੇ 5 ਦਾ, ਅਤੇ ਇਸ ਨੂੰ ਗੁਣਜ ਵੀ ਕਹਿ ਦਿੰਦੇ ਆ ਆਪਾਂ। ਇਹ ਕਿਹਦਾ ਗੁਣਜ ਹੈ? 3 3 5 ਦਾ ਇਹ ਗੁਣਜ ਵੀ ਹੈ। ਲੱਗੀ ਸਮਝ ਬੱਚੋ? ਅੱਗੇ ਚੱਲਦੇ ਹਾਂ। ਇਸ ਤੋਂ ਅੱਗੇ ਹੈ ਕਿ ਕੋਈ ਵੀ ਆਪਾਂ ਸੰਖਿਆ ਲੈ ਸਕਦੇ ਹਾਂ, ਪ੍ਰਕਿਰਤਕ ਸੰਖਿਆ, ਠੀਕ ਹੈ। ਆਪਾਂ ਕੋਈ ਵੀ ਪ੍ਰਕਿਰਤਕ ਸੰਖਿਆ ਲੈ ਕੇ ਜਦੋਂ ਉਸ ਨੂੰ ਗੁਣਾ ਕਰਦੇ ਹਾਂ ਅਤੇ ਅੱਗੇ ਸਾਨੂੰ ਗੁਣਨਫਲ ਜਾਂ ਗੁਣਜ ਪ੍ਰਾਪਤ ਹੋ ਜਾਂਦੇ ਆ। ਜਿਸ ਤਰ੍ਹਾਂ ਥੱਲੇ ਉਦਾਹਰਨ ਦਿੱਤੀ ਹੋਈ ਉਹਨੇ, ਠੀਕ ਹੈ। ਅਤੇ 3 ਦੇ ਗੁਣਜ ਕਿਹੜੇ ਕਿਹੜੇ ਨੇ, ਠੀਕ ਹੈ। 3 ਦੇ ਗੁਣਜ ਕਿਹੜੇ ਕਿਹੜੇ ਨੇ? ਜੋ ਵੀ 3 ਦਾ ਆਪਾਂ ਪਹਾੜਾ ਪੜ੍ਹਦੇ ਹਾਂ, ਜੋ ਵੀ ਉੱਤਰ ਆਈ ਜਾਂਦਾ ਹੈ, 3 1 3 3 दूनी 6 3 3 9 4 3 4 12 3 5 15 3 6 18, ਠੀਕ ਹੈ ਨਾ। ਇਹ ਸਾਰੇ ਦੇ ਸਾਰੇ ਕੀ ਹੈ? ਇਹ ਸਾਰੇ ਦੇ ਸਾਰੇ ਇਹ ਗੁਣਜ ਨੇ 3 ਦੇ। ਕਿਹਦੇ? 3 ਦੇ। 3 ਦੇ ਇਹ ਗੁਣਜ ਨੇ, ਠੀਕ ਹੈ। 3 6 9 12 15 18 21 24 27 30, ठीक है, 33 36 39, ठीक है, 42। ये सारे अगे तुरते जाने ने। सारे किहड़े गुणज ने? 3 दे गुणज ने। इस तरह अगे 8 के गुणज दिते हुए है। ये सारे 8 के गुणज है। 8 16 24 32 40 48, ठीक है। इस तरह 56 अगे तुरे जाने ने अगे अगे। ये सारे 8 के गुणज ने। इस तरह कोई भी प्रकृतिक संख्या ले लो, कोई भी संख्या ले लो, 1 2 3 4 5 6 7 8 9 तक, ये सारे जिहड़े गुणज ने इन्हां तो बनने ने, ठीक है। इन्हां संख्यावां तो ही गुणज जिहड़े अगे बनने या गुणनफल इन्हां दा ही बनेगा। इन्हां संख्यावां तो ही लैके आपां अगे गुणनफल जां गुणज ਵੱਖ-ਵੱਖ बना सकते हैं, ठीक है बेटा। अगे देखिए, यह चीज़ बेटा जरूर नोट करनी है कि हरेक संख्या अपने आप का गुणज है। हरेक संख्या अपने आप का गुणज है। किस तरह अपने आप का गुणज होंदी है? यह देखो, जिस तरह मान लो 36 है, 36, ये अपने आप का गुणज किवें है? क्योंकि एक ना इन्हें गुणा होना ही होना है। एक ना तो घट्टो घट्ट गुणा हो ही जाती है ना, इस करके अपने आप का गुणज ही है, ठीक है। अपने आप का ही ये गुणज है। इस तो अगे हरेक संख्या एक दी गुणज है, ठीक है। कोई भी संख्या है, इसे आप ले लेने, कोई भी संख्या जिन्नी मर्जी वड्डी संख्या हो, भावें 1 लाख हो, ठीक है। मान लो 1 लाख है या इस तो वध है, उसनों आप 1 नाल गुणा करांगे तो 1 का गुणज तो है ही है। हरेक संख्या कोई भी संख्या हो 1 का गुणज जरूर होगी। तीसरा है हरेक संख्या का गुणज
उसकी संख्या के बराबर ਜਾਂ उस तो ਵੱਡਾ ਹੁੰਦਾ है। तो नैचुरली गल है बेटा, ठीक है, छोटा तो हो नहीं सकता। ਜਿਹੜੀ भी ਆਪਾਂ दो संख्यावां गुणा कर रहे हैं, मान लो ਆਪਾਂ 5 ਜਾਂ 1 ਨੂੰ गुणा कर रहे हैं तो ये बराबर होएगा। ये ਤੁਹਾਨੂੰ पता ही है कि ये बराबर तो होएगा। 2 ਨੂੰ 5 ਨੂੰ 2 ਨਾਲ गुणा करांगे तो 10, यानी कि ये अपने गुणज तो ਵੱਡਾ होएगा ਜਾਂ बराबर होएगा, इस तो छोटा नहीं हो सकता। ठीक है, अखीरला वेख लेने। संख्या का सब तो वड्डा गुणज, सॉरी, संख्या का सब तो छोटा गुणज संख्या खुद ही होंदी है, क्योंकि संख्या तो छोटा कोई भी गुणज नहीं बन सकता। आप गुणा ही कर रहे हैं, गुणा का मतलब वधा रहे हैं आप कोई चीज़, है ना। तो इस करके जिहड़ा गुणज है वो छोटा नहीं हो सकता अपने आप तो। मान लो किसी दो संख्यावां का गुण जिहड़ा वो 28 है, ठीक है, ये अपने आप तो छोटा नहीं हो सकता। ठीक है, मान लो कोई संख्या 2 है, 2 गुणज है किसी संख्या का, या 3 है, 4 है, 5 है, उस तो छोटा नहीं हो सकता, क्योंकि आप गुणा कर रहे हैं, वधा रहे हैं। ठीक है, हुण इस तो अगे आप समझांगे गुणनफल, सॉरी गुणनखंड। हुण गुणनखंड बिल्कुल उल्ट है गुणज दे। किस तरह? गुणज दे आपां गुणनफल दे की कीता सी, 2 ਵੱਖ-ਵੱਖ संख्यावां नूं गुणा कीता ते सानूं गुणनफल जां गुणज प्राप्त हो गया। पर इत्थे उल्ट है, इत्थे की है, आपां गुणनखंड बनाउणे ने, उल्टा पहाड़े बनाउणे ने। ठीक है, मान लो 28 संख्या है, हुण इहदे तुसीं गुणनखंड बनाउणे ने। खंड मीनस भाग हुंदे आ, जो इहदे भाग बनाउणे, हिस्से बनाउणे ने गुणा दे रूप दे विच। ठीक है, गुणनखंड मतलब हुंदा कि गुणा दे खंड बनाउणे ने। जो भी संख्या तुहानूं देती है, मान लो यह संख्या देती है, इहदे तुसीं गुणनखंड बनाउणे ने। ठीक है, हुण इहनूं तुसीं तोड़ोगे किवें? किवें तोड़ोगे? पहाड़ियां दे रूप विच तोड़ोगे तो सानूं 28 प्राप्त होवेगा। ठीक है, ठीक है ना, इनू आपां अगे समझांगे। ठीक है, सिर्फ दस्सण वास्ते दस्सिआ कि इसनूं जदों तोड़ांगे गुणा दे रूप दे विच, ठीक है, गुणज नूं जदों आपां छोटे छोटे गुणाकां दे रूप च तोड़ांगे, पहाड़ियां दे रूप च तोड़ांगे, टेबल के रूप च तोड़ांगे, तो वो की बन जाएगा साडा, वो गुणनखंड बन जाएगा। चलो अगे देखते हैं। इत्थे बेटा दस्सिआ है कि मैं तुहानूं इत्थे समझा दिंदा कि मान लो क्लास दे विच जिहड़े 6 बच्चे है, ठीक है, और वो 6 बच्चे जिहड़े है उन्हां नूं 6 बटन दे दित्ते जांदे आ। ठीक है, और ये जिहड़ा गुणज है ये सानूं किवें पता लगेगा, ये गुणनखंड किवें पता लगेगा, वो इत्थे समझाया गया। आपां जमात च बच्चिआं नूं 6 बटन वंड के उन्हां नूं हर संभव सिद्धी कतार, खड़वी कतार, वर्ग तरीके नाल, आयतकार तरीके नाल, कहण दा भाव है बच्चे सौखे तरीके नाल तुहानूं समझाउण दी कोशिश करदा वां। हमेशा गुणनखंड सानूं उत्थे पता लगणगे जिथे दित्ती हुई संख्या जिहड़ी आ वो जां ते वर्गाकार दे विच होवे जां आयतकार दे विच होवे। ठीक है, जां सिद्धी कतार दे विच होवे। मान लो इस तरह आ जाए, क्योंकि अगे बटन घट ने। ठीक है, उपर विच मान लो 5 बटन ने, चलो 6 कर देने उन्हों के उदाहरण के मुताबिक। हुण इत्थे 3 ने, जिन्नी देर तक ये कतार पूरी नहीं हुंदी उन्नी देर तक साडा उत्तर सही नहीं बनेगा। ठीक है, उन्नी देर तक गुणनखंड का पता नहीं चलेगा, जिहड़े गुणज ने उन्हां दे भागां दा पता नहीं लगेगा, उन्हां दा जिहड़ा टेबल है पहाड़ियां दे विच गुणाकां दे विच किस तरह किया गया पता नहीं चलेगा। ठीक है, जां ते वो वर्गाकार दे विच होवे इस तरह, जां आयतकार दे विच होवे इस तरह। ठीक है, अधूरा होएगा तो पता नहीं लगेगा। मान लो इत्थे आपां छड्ड दिंदे आ, इत्थे वो गलत हो जाएगा। ठीक है, जां आपां सीधी कतार दे विच इस कतार नूं अद्धी रहन दिंदे आ तां भी वो उहदा गुणनखंड नहीं बनेगा, सानूं पता नहीं चलेगा।
ਸੋ ਇਹ ਚੀਜ਼ ਇੱਥੇ ਬੇਟਾ ਦਰਸਾਈ ਗਈ ਹੈ। ਇਹ ਦੇਖੋ ਜਿਹੜੇ ਬਟਨ ਵੰਡੇ ਆ ਇਹਦੇ ਵਿੱਚ ਉਹਨਾਂ ਨੇ ਇੱਕ ਕਤਾਰ ਦੇ ਵਿੱਚ ਸਾਡੇ ਕੋਲ ਗੁਣਨਖੰਡ ਪਤਾ ਚੱਲ ਜਾਣਗੇ, ਇੱਥੇ ਵੀ ਗੁਣਨਖੰਡ ਪਤਾ ਚੱਲ ਜਾਣਗੇ, ਇੱਥੇ ਵੀ ਪਤਾ ਚੱਲ ਜਾਣਗੇ, ਲੇਕਿਨ ਇੱਥੇ ਤੇ ਇੱਥੇ ਪਤਾ ਨਹੀਂ ਚੱਲੇਗਾ ਕਿਉਂਕਿ ਇਹ ਆਪਣੇ ਵਰਗਾਕਾਰ ਜਾਂ ਆਇਤਾਕਾਰ ਦੇ ਵਿੱਚ ਜਾਂ ਇੱਕ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਨਹੀਂ ਹਨ। ਠੀਕ ਹੈ, ਉਹੀ ਚੀਜ਼ ਥੱਲੇ ਉਹਨਾਂ ਨੇ ਡਿਸਪਲੇ ਕੀਤੀ ਹੈ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਣਨਖੰਡ ਕਿਸ ਤਰ੍ਹਾਂ ਪਤਾ ਕੀਤੇ ਜਾ ਸਕਦੇ ਆ। ਹੁਣ ਥੱਲੇ ਯਾਦ ਰੱਖਣ ਜੋ ਗੱਲਾਂ ਨੇ, ਜਿਸ ਤਰ੍ਹਾਂ ਪਿੱਛੇ ਆਪਾਂ ਕਰਕੇ ਆਏ ਗੁਣਜ ਦੇ ਵਿੱਚ, ਗੁਣਨਖੰਡ ਵਿੱਚ ਵੀ ਹੁੰਦੀਆਂ ਨੇ। ਇੱਕ ਹਰੇਕ ਸੰਖਿਆ ਦਾ ਜਿਹੜਾ ਹੈ ਉਹ ਗੁਣਨਖੰਡ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਕਿ ਪਿੱਛੇ ਵੀ ਆਪਾਂ ਦੱਸ ਕੇ ਆਏ ਤੁਹਾਨੂੰ ਕਿ ਇੱਕ ਜਿਹੜਾ ਵਾ ਕਿਸੇ ਵੀ ਹਰੇਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ, 0 ਨੂੰ ਛੱਡ ਕੇ। ਠੀਕ ਹੈ, ਕਿਉਂਕਿ ਇਹਨੂੰ 0 ਨਾਲ ਗੁਣਾ ਕਰ ਦਾਂਗੇ ਤਾਂ ਉੱਤਰ 0 ਹੋ ਜਾਏਗਾ। ਠੀਕ ਹੈ, ਇਹ ਨਹੀਂ ਆਏਗਾ। ਇਸ ਤੋਂ ਇਲਾਵਾ ਕੋਈ ਵੀ ਸੰਖਿਆ ਹੋਵੇ, ਜਿੱਡੀ ਮਰਜ਼ੀ ਵੱਡੀ ਸੰਖਿਆ ਹੋਵੇ, ਮੈਂ ਤੁਹਾਨੂੰ ਦੱਸਿਆ ਭਾਵੇਂ 1 ਲੱਖ ਵੀ ਹੋਵੇ, ਕੋਈ ਵੀ ਸੰਖਿਆ ਹੋਵੇ, ਇੱਕ ਉਹਦਾ ਗੁਣਜ, ਇੱਕ ਜਿਹੜਾ ਹੈ ਉਹਦਾ ਗੁਣਨਖੰਡ ਰਹੇਗਾ ਹੀ ਰਹੇਗਾ। ਦੂਸਰਾ ਹੈ ਹਰੇਕ ਸੰਖਿਆ ਆਪਣੇ ਆਪ ਦੀ ਗੁਣਨਖੰਡ ਹੈ। ਉਹ ਵੀ ਤੈਨੂੰ ਮੈਂ ਦੱਸਿਆ, ਜਿਸ ਤਰ੍ਹਾਂ ਗੁਣਜ ਹੁੰਦਾ ਇਸ ਤਰ੍ਹਾਂ ਗੁਣਨਖੰਡ ਜਿਹੜਾ ਵਾ ਉਹ ਵੀ ਆਪਣੇ ਆਪ ਦੀ ਸੰਖਿਆ ਜਿਹੜੀ ਆ ਉਹ ਵੀ ਗੁਣਨਖੰਡ ਹੁੰਦੀ, ਸੇਮ ਜਿਸ ਤਰ੍ਹਾਂ ਪਿੱਛੇ ਦੱਸ ਕੇ ਆਏ। ਇੱਕ ਕਿਸੇ ਵੀ ਸੰਖਿਆ ਦਾ ਸਭ ਤੋਂ ਛੋਟਾ ਹੁੰਦਾ, ਸਾਨੂੰ ਪਤਾ ਹੀ ਹੈ ਕਿ ਇੱਕ ਸਭ ਤੋਂ ਛੋਟਾ 0 ਆਪਾਂ ਲੈਣੀ ਨਹੀਂ। ਇੱਕ ਸਭ ਤੋਂ ਛੋਟਾ ਜਿਹੜਾ ਗੁਣਨਖੰਡ ਹੈ, ਇੱਕ ਜਿਹੜਾ ਹੈ ਸਭ ਤੋਂ ਛੋਟਾ ਹੀ ਗੁਣਨਖੰਡ ਹੁੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਜਿਹੜਾ ਅੱਗੇ ਗੁਣਨਖੰਡ ਹੈ ਉਸ ਤੋਂ ਵੱਡਾ ਉਹ ਅਖੀਰਲਾ ਗੁਣਨਖੰਡ ਹੋਏਗਾ। ਠੀਕ ਹੈ, ਇਸ ਤੋਂ ਅੱਗੇ ਹੈ ਕਿਸੇ ਸੰਖਿਆ ਦਾ ਸਭ ਤੋਂ ਵੱਡਾ ਗੁਣਨਖੰਡ ਸੰਖਿਆ ਖੁਦ ਹੁੰਦੀ ਹੈ। ਮੰਨ ਲਓ ਆਪਾਂ 36 ਦੇ ਗੁਣਨਖੰਡ ਬਣਾ ਰਹੇ ਹਾਂ ਬੇਟਾ, 36 ਦੇ ਗੁਣਨਖੰਡ ਬਣਾ ਰਹੇ ਹਾਂ ਆਪਾਂ, ਅਲੱਗ-ਅਲੱਗ ਗੁਣਨਖੰਡ ਬਣਾਏ ਆ। 2 ਬਣ ਗਿਆ, 2 ਬਣ ਗਿਆ, ਠੀਕ ਹੈ, ਫਿਰ 3 ਬਣ ਗਿਆ, ਫਿਰ 3 ਬਣ ਗਿਆ। ਇਹਨੂੰ ਗੁਣਾ ਕਰੋ ਤਾਂ 36 ਆ ਜਾਂਦੇ ਆ। 2 ਦੂਣੀ 4, 4 ਤੇ 12, 12 ਤੇ 36। ਠੀਕ ਹੈ ਨਾ, ਪਰ 36 ਕਿਉਂਕਿ ਵੱਡਾ ਹੈ ਸਾਰਿਆਂ ਨੇ, ਇਹਨਾਂ ਸਾਰਿਆਂ ਤੋਂ ਵੱਡਾ ਹੈ। ਠੀਕ ਹੈ, 4 ਤੋਂ ਵੀ ਵੱਡਾ ਹੈ, ਠੀਕ ਹੈ, 12 ਤੋਂ ਵੀ ਵੱਡਾ ਹੈ, ਅਤੇ ਖੁਦ 36 ਸਭ ਤੋਂ ਵੱਡਾ ਹੈ। ਠੀਕ ਹੈ, ਸੋ 36 ਜਿਹੜਾ ਹੈ ਯਾਨੀ ਕਿ ਜਿਹੜੀ ਸੰਖਿਆ ਹੈ ਖੁਦ, ਠੀਕ ਹੈ, ਸਭ ਤੋਂ ਵੱਡਾ ਗੁਣਨਖੰਡ ਜਿਹੜਾ ਹੁੰਦਾ, ਠੀਕ ਹੈ, ਗੁਣਨਖੰਡ ਜਿਹੜਾ ਉਹ ਸੰਖਿਆ ਖੁਦ ਹੁੰਦੀ ਹੈ। ਹੁਣ ਲੱਗਾ ਪਤਾ, ਖੁਦ ਸੰਖਿਆ ਹੀ ਸਭ ਤੋਂ ਵੱਡਾ ਜਿਹੜਾ ਵਾ ਗੁਣਨਖੰਡ ਖੁਦ ਹੀ ਹੁੰਦੀ ਹੈ। ਇਸ ਤੋਂ ਅੱਗੇ ਹੈ ਜੇ ਪਹਿਲੀ ਸੰਖਿਆ ਦੂਜੀ ਸੰਖਿਆ ਦੀ ਗੁਣਨਖੰਡ ਹੈ ਤਾਂ ਦੂਜੀ ਸੰਖਿਆ ਪਹਿਲੀ ਸੰਖਿਆ ਦੀ ਗੁਣਜ ਹੋਵੇਗੀ। ਇਹ ਕਿਵੇਂ ਦੱਸਣ ਦਾ ਯਤਨ ਕਰਦਾ ਹਾਂ। ਜਿਵੇਂ ਜਿਹੜੀ ਪਹਿਲੀ ਸੰਖਿਆ ਦੂਜੀ ਸੰਖਿਆ ਦੀ ਗੁਣਨਖੰਡ ਹੈ, ਮੰਨ ਲਓ 2 ਸੰਖਿਆਵਾਂ ਆਪਾਂ ਲੈਂਦੇ ਹਾਂ, ਆਪਾਂ 2 ਸੰਖਿਆਵਾਂ ਲੈ ਲਈਆਂ, ਠੀਕ ਹੈ, ਤਾਂ ਦੂਜੀ ਸੰਖਿਆ ਪਹਿਲੀ ਸੰਖਿਆ ਦੀ ਗੁਣਜ ਹੋਵੇਗੀ। ਮੰਨ ਲਓ ਇਹਦਾ ਉੱਤਰ ਕਿੰਨਾ ਆਇਆ, 15। ਠੀਕ ਹੈ, ਸੋ ਇਹਨਾਂ ਦੋਵਾਂ ਦਾ ਗੁਣਜ ਕੀ ਹੋ ਗਿਆ, 15 ਹੋ ਗਿਆ। ਠੀਕ ਹੈ, ਮਤਲਬ ਇਹ ਤਾਂ ਦੂਜੀ ਸੰਖਿਆ ਜਿਹੜੀ ਹੈ, ਇਹ ਜਿਹੜੀ ਉਹ ਪਹਿਲੀ ਸੰਖਿਆ ਦੀ ਗੁਣਜ ਹੋਵੇਗੀ, ਯਾਨੀ ਕਿ ਇਹ ਵੀ ਇਹਦਾ ਗੁਣਜ ਹੀ ਹੈ। ਲੱਗਾ ਪਤਾ ਬੱਚੋ। ਸੋ ਪਿਆਰੇ ਬੱਚਿਓ, ਇਹ ਸੀ ਤੁਹਾਡਾ ਗੁਣਨਖੰਡ, ਗੁਣਜ ਅਤੇ ਗੁਣਨਖੰਡ। ਠੀਕ ਹੈ, ਸੋ ਆਪਾਂ 2 ਚੀਜ਼ਾਂ ਅੱਜ ਕਲੀਅਰ ਕੀਤੀਆਂ। ਇੱਕ ਚੀਜ਼ ਤੇ ਪਹਿਲੀ ਆਪਾਂ ਕਲੀਅਰ ਕੀਤੀ ਕਿ ਗੁਣਜ ਕੀ ਹੁੰਦੇ ਨੇ, ਗੁਣਨਫਲ ਕੀ ਹੁੰਦਾ ਹੈ। ਗੁਣਨਫਲ ਅਤੇ ਗੁਣਜ ਇੱਕ ਚੀਜ਼ ਹੀ ਹੈ। ਠੀਕ ਹੈ, ਉਹ ਪੜ੍ਹਿਆ, ਉਹਦੇ ਬਾਰੇ ਧਿਆਨ ਨਾਲ ਆਪਾਂ ਵਿਸਥਾਰ ਨਾਲ ਕੋਸ਼ਿਸ਼ ਕੀਤੀ ਸਮਝਣ ਦੀ। ਉਸ ਤੋਂ ਅੱਗੇ ਆਪਾਂ ਦੂਸਰਾ ਸਮਝਿਆ ਉਹ ਹੈ ਗੁਣਨਖੰਡ, ਕਿ ਆਪਾਂ ਉਹਦੇ ਉਲਟੀ ਆਪਾਂ ਉਹਦੇ ਭਾਗ ਬਣਾਉਣੇ ਹੁੰਦੇ ਨੇ ਪਹਾੜਿਆਂ ਦੇ ਰੂਪ 'ਚ, ਟੇਬਲ ਦੇ ਰੂਪ ਦੇ ਵਿੱਚ। ਠੀਕ ਹੈ, ਉਹਨੂੰ ਆਪਾਂ ਗੁਣਨਖੰਡ ਕਹਿ ਦਿੰਦੇ ਹਾਂ। ਠੀਕ ਹੈ, ਸੋ 2 ਚੀਜ਼ਾਂ ਅੱਜ ਆਪਾਂ ਕਲੀਅਰ ਕੀਤੀਆਂ, ਗੁਣਨਖੰਡ ਅਤੇ ਗੁਣਨਫਲ ਜਾਂ ਗੁਣਜ ਅਤੇ ਗੁਣਨਖੰਡ। ਸੋ ਬੱਚਿਓ, ਅੱਗੇ ਆਪਾਂ ਨੈਕਸਟ ਜਿਹੜਾ ਹੈ ਗਣਿਤ ਦੇ ਵਿੱਚ, ਉਹ ਅੱਗੇ ਆਪਾਂ ਇਸ ਤੋਂ ਅੱਗੇ ਸਵਾਲ ਲਵਾਂਗੇ। ਸੋ ਹੁਣ ਵੀਡੀਓ ਕਿਉਂਕਿ ਲੰਬੇਰਾ ਹੋ ਰਿਹਾ ਹੈ, ਕਿਉਂਕਿ ਬਾਅਦ ਤੁਸੀਂ ਦੇਖੋਗੇ ਤਾਂ ਤੁਹਾਨੂੰ ਫਟੀਗ ਜਾਂ ਥਕਾਵਟ ਮਹਿਸੂਸ ਹੋਏਗੀ ਕਿ ਵੀਡੀਓ ਲੰਬਾ ਹੈ। ਸੋ ਸਾਰੇ ਅਧਿਆਪਕਾਂ ਦਾ ਬਹੁਤ ਬਹੁਤ ਧੰਨਵਾਦ। ਪਲੀਜ਼ ਇਹ ਵੀਡੀਓ ਜ਼ਰੂਰ ਸ਼ੇਅਰ ਹੋਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਤੱਕ ਪਹੁੰਚਦਾ ਹੋ ਸਕੇ 5ਵੀਂ ਕਲਾਸ ਤੱਕ।
ਸੋ ਨੈਕਸਟ ਵੀਡੀਓ 'ਚ ਫਿਰ ਮਿਲਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣਾ ਖਿਆਲ ਰੱਖੋ, ਘਰਾਂ 'ਚ ਰਹੋ, ਸੇਫ ਰਹੋ। ਫਿਰ ਮਿਲਦੇ ਹਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ।